ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 18 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੀਆਂ ਖਬਰਾਂ ਵੱਲ ਚਲੀਏ। ਸਭ ਤੋਂ ਪਹਿਲੀ ਖਬਰ ਕਾਫੀ ਖੁਸ਼ਖਬਰੀ ਦੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਜਿਨ੍ਹਾਂ ਨੇ DMV ਦਾ ਟੈਸਟ ਲੈਣਾ ਹੈ ਉਹ ਹੁਣ ਘਰ ਤੋਂ ਹੀ ਟੈਸਟ ਦੇ ਸਕਣਗੇ। ਜਿਹੜਾ ਲਰਨਿੰਗ ਲਾਇਸੈਂਸ ਦਾ ਹੁੰਦਾ ਹੈਗਾ, ਪਹਿਲਾਂ ਰਿਟਨ ਟੈਸਟ ਤੁਸੀਂ ਪਾਸ ਕਰਨਾ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਵਹੀਕਲ ਨੇ ਵੀਰਵਾਰ ਨੂੰ ਇਹ ਅਨਾਊਂਸ ਕੀਤਾ ਡਰਾਈਵਰ ਲਾਇਸੈਂਸ ਨੌਲੇਜ ਟੈਸਟ ਦੀ ਰਿਕੁਆਇਰਮੈਂਟ ਆਨਲਾਈਨ ਹੁਣ ਤੁਸੀਂ ਕਰ ਸਕਦੇ ਆ। ਤੁਹਾਨੂੰ DMV ਦੇ ਆਫਿਸ ਦੇ ਵਿੱਚ ਨਹੀਂ ਜਾਣਾ ਪਊਗਾ। ਸੋ ਇਹ ਰਿਮੋਟ ਵਰਸ਼ਨ ਹੋਊਗਾ। ਆਨਲਾਈਨ ਡਰਾਈਵਿੰਗ ਲਾਇਸੈਂਸ ਐਪਲੀਕੇਸ਼ਨ ਵੀ ਆਨਲਾਈਨ ਤੁਸੀਂ ਭਰ ਸਕਦੇ ਹੋ, ਫੀਸ ਵੀ ਆਨਲਾਈਨ ਪੇ ਕਰ ਸਕਦੇ ਆ। ਤੇ ਰਿਮੋਟ ਐਗਜ਼ਾਮ ਜਾਂ ਲਰਨਿੰਗ ਕੋਰਸ ਦੇ ਲਈ ਤੁਹਾਨੂੰ ਆਪਸ਼ਨ ਹੈਗੀ ਆ ਵੀ ਤੁਸੀਂ ਕਿਹੜੀ ਲੈਣੀ ਹੈਗੀ ਆ, ਰਿਮੋਟ ਐਗਜ਼ਾਮ ਲੈਣਾ ਆ ਜਾਂ ਲਰਨਿੰਗ ਕੋਰਸ ਲੈਣਾ ਹੈਗਾ ਆ। ਜਿਹੜਾ ਰਿਮੋਟ ਐਗਜ਼ਾਮ ਹੈਗਾ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਆ ਆਪਣਾ ਲਾਇਸੈਂਸ ਰੀਨਿਊ ਕਰ ਰਹੇ ਆ ਜਾਂ ਜਿਹੜੇ ਅਡਲਟਸ ਹੈਗੇ ਆ ਉਹ ਪਹਿਲੀ ਵਾਰੀ ਲਾਇਸੈਂਸ ਲੈ ਰਹੇ ਆ। ਸੋ ਇੱਥੇ ਕਲੀਅਰ ਕਰ ਦਈਏ, ਜੇ ਤੁਸੀਂ ਆਪਣਾ ਲਾਇਸੈਂਸ ਰੀਨਿਊ ਕਰਵਾ ਰਹੇ ਆ ਤੇ ਜਾਂ ਤੁਸੀਂ ਪਹਿਲੀ ਵਾਰੀ ਲੈ ਰਹੇ ਹੈਗੇ ਆ ਤੇ ਤੁਸੀਂ ਰਿਮੋਟ ਐਗਜ਼ਾਮ ਆਪਣੇ ਘਰ ਵਿੱਚ ਹੀ ਬੈਠੇ ਦੇ ਸਕਦੇ ਹੋ। ਜਿਨ੍ਹਾਂ ਦੇ ਕੋਲ ਕੈਲੀਫੋਰਨੀਆ ਦੀ ID ਨਹੀਂ ਜਾਂ ਕੈਲੀਫੋਰਨੀਆ ਰੀਅਲ ID ਜਾਂ ਮੋਟਰਸਾਈਕਲ ਲਾਇਸੈਂਸ ਫਸਟ ਟਾਈਮ ਤੁਸੀਂ ਦੇ ਸਕਦੇ ਹੈਗੇ ਆ। ਲਰਨਿੰਗ ਕੋਰਸ ਜਿਹੜਾ ਆ ਉਹ ਕੈਲੀਫੋਰਨੀਆ ਦੇ ਵਿੱਚ ਜੋ ਰੀਨਿਊ ਕਰ ਰਹੇ ਲਾਇਸੈਂਸ ਉਹ ਉਹਨਾਂ ਦੇ ਲਈ ਹੈਗਾ ਆ। ਸੋ ਰਿਮੋਟ ਐਗਜ਼ਾਮ ਪਹਿਲੀ ਵਾਰੀ ਜੋ ਦੇ ਰਿਹਾ ਆ ਉਹ ਕਰ ਸਕਦੇ ਹੈਗੇ ਆ। ਸੋ DMV ਦੇ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਤੁਹਾਡੇ ਕੋਲ ਟੈਸਟਿੰਗ ਦੀ ਆਪਸ਼ਨ ਹੈਗੀ ਆ ਵੀ ਕਿਸ ਤਰ੍ਹਾਂ ਤੁਸੀਂ ਟੈਸਟ ਦੇਣਾ ਹੈਗਾ। ਕਸਟਮਰਸ ਨੂੰ ਸਟਿਲ DMV ਦੇ ਆਫਿਸ ਦੇ ਵਿੱਚ ਜਾਣਾ ਪਊਗਾ। ਜਦੋਂ ਤੁਸੀਂ ਆਨਲਾਈਨ ਟੈਸਟ ਦੇ ਦਿੱਤਾ, ਪਾਸ ਹੋ ਗਏ, ਉਹ ਤੋਂ ਬਾਅਦ ਜੋ ਵੀ DMV ਨੂੰ ਰਿਕੁਆਇਰਡ ਡਾਕੂਮੈਂਟ ਚਾਹੀਦਾ, ਮੰਨ ਲਓ ਵੀ ਉਹਨਾਂ ਨੂੰ ਤੁਹਾਡਾ ਵੈਰੀਫਿਕੇਸ਼ਨ ਚਾਹੀਦੀ ਆ, ਪਾਸਪੋਰਟ ਦੀ ਕਾਪੀ ਜਾਂ ਤੁਹਾਡੀ ਕੋਈ ਰੈਜ਼ੀਡੈਂਸ਼ੀਅਲ ਪ੍ਰੂਫ, ਬੈਂਕ ਸਟੇਟਮੈਂਟ ਜਾਂ ਅਪਾਰਟਮੈਂਟ ਦਾ ਰੈਂਟਲ ਐਗਰੀਮੈਂਟ, ਘਰ ਦਾ ਰੈਂਟਲ ਐਗਰੀਮੈਂਟ, ਕੋਈ ਹੈਲਥ ਦਾ ਡਾਕੂਮੈਂਟ, ਸੋ ਤਾਂ ਕਿ ਪ੍ਰੂਵ ਹੋਵੇ ਵੀ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ ਉਹ ਪ੍ਰੂਫ। ਤੇ ਜੇ ਤੁਹਾਡੀ ਜਿਹੜੀ ਫੋਟੋ ਖਿੱਚ ਹੋਣੀ ਆ ਜੋ ਤੁਹਾਡੇ ਲਾਇਸੈਂਸ ਦੇ ਉੱਤੇ ਲੱਗਣੀ ਆ ਉਹਦੇ ਲਈ ਤੁਹਾਨੂੰ DMV ਦੇ ਆਫਿਸ ਦੇ ਵਿੱਚ ਜਾਣਾ ਪਊਗਾ। ਜੋ ਇਹ ਟੈਸਟ ਤੁਸੀਂ ਘਰ ਲੈ ਸਕਦੇ ਆ, ਇਹ 2 ਵਾਰੀ ਕੋਸ਼ਿਸ਼ ਕਰ ਸਕਦੇ ਹੈਗੇ। ਜੇ 2 ਵਾਰੀ ਤੁਸੀਂ ਫੇਲ ਹੋ ਗਏ ਫਿਰ ਤੁਹਾਨੂੰ DMV ਦੇ ਆਫਿਸ ਜਾ ਕੇ ਤੀਜੀ ਵਾਰੀ ਇਹ ਟੈਸਟ ਦੇਣਾ ਪਊਗਾ। ਆਨਲਾਈਨ ਨੌਲੇਜ ਟੈਸਟ ਕਸਟਮਰਸ ਨੂੰ ਇੰਟਰਨੈਟ ਦੇ ਥਰੂ ਐਕਸੈਸ ਹੋਊਗਾ। ਤੁਸੀਂ ਕੰਪਿਊਟਰ ਜਾਂ ਲੈਪਟਾਪ ਦੇ ਉੱਤੇ ਦੇ ਸਕਦੇ ਆ। ਵੈਬਕੈਮ ਉਹਦੇ ਤੇ ਲੱਗਾ ਹੋਊਗਾ ਕਿਉਂਕਿ ਮੋਨੀਟਰ ਉਹ ਕਰ ਸਕਦੇ ਆ, ਮੋਨੀਟਰ ਕਰੂਗੇ। ਇੰਗਲਿਸ਼ ਤੋਂ ਬਿਨਾਂ 35 ਹੋਰ ਭਾਸ਼ਾਵਾਂ ਦੇ ਵਿੱਚ ਵੀ ਇਹ ਟੈਸਟ ਅਵੇਲੇਬਲ ਹੈਗਾ ਆ। ਕੋਈ ਵੀ ਜਿਹੜਾ ਬੰਦਾ ਆ ਜਾਂ ਬੀਬੀ ਆ ਉਹ ਫੋਨ ਜਾਂ ਟੈਬਲੇਟਸ ਦੇ ਉੱਤੇ ਆਪਣਾ ਟੈਸਟ ਨਹੀਂ ਦੇ ਸਕਦਾ। ਸੋ ਉਹਨਾਂ ਨੂੰ ਲੈਪਟਾਪ ਤੇ ਜਾਂ ਆਪਣੇ ਕੰਪਿਊਟਰ ਦੇ ਉੱਤੇ ਦੇਣਾ ਪੈਣਾ ਹੈਗਾ ਆ। ਨਵਾਂ ਇੰਟਰੈਕਟਿਵ ਲਰਨਿੰਗ ਕੋਰਸ ਕੰਪਿਊਟਰ, ਲੈਪਟਾਪ, ਟੇਬਲੇਟ ਔਰ ਮੋਬਾਈਲ ਡਿਵਾਈਸਿਸ 7 ਦਿਨ ਅਵੇਲੇਬਲ ਆ, 24 ਘੰਟੇ। ਸੋ ਪ੍ਰੋਬਲਮ ਕੀ ਆ ਵੀ ਪਿਛਲੇ 2 ਸਾਲਾਂ ਤੋਂ DMV ਬਹੁਤ ਉੱਥੇ ਅਪੁਆਇੰਟਮੈਂਟ ਬਣਾਉਣੀਆਂ ਔਖੀਆਂ ਸੀਆਂ, ਬਹੁਤ ਹੀ ਜ਼ਿਆਦਾ ਰਸ਼ ਆ। ਉਸ ਰਸ਼ ਨੂੰ ਘਟਾਉਣ ਦੇ ਲਈ ਇਹ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਇਹ ਅਨਾਊਂਸ ਕੀਤਾ ਆ ਵੀ ਤੁਸੀਂ ਹੁਣ ਘਰ ਤੋਂ ਹੀ ਟੈਸਟ ਲੈ ਸਕਦੇ ਹੈਗੇ ਆ। ਸੋ ਜਾਂ ਟੈਸਟ ਜਾਂ ਕੋਰਸ, ਜਿਹੜਾ ਕੋਰਸ ਆ ਉਹ ਕਹਿੰਦੇ ਵੀ ਉਹਨਾਂ ਲੋਕਾਂ ਲਈ ਵਧੀਆ ਜਿਹੜੇ ਆਪਣੇ ਲਾਇਸੈਂਸ ਰੀਨਿਊ ਕਰਾ ਰਹੇ ਹੈਗੇ ਆ। ਸੋ ਇਹ ਬਹੁਤ ਹੀ ਗੁੱਡ ਨਿਊਜ਼ ਹੈਗੀ ਆ। ਹੁਣ ਜੇ ਕਿਸੇ ਨੇ ਲਾਇਸੈਂਸ ਲੈਣਾ ਆ, ਰੀਨਿਊ ਕਰਾਉਣਾ, ਤੁਸੀਂ ਘਰ ਤੋਂ ਹੀ ਕਰਵਾ ਸਕਦੇ ਆ। 24 ਆਵਰ ਅਵੇਲੇਬਲ ਆ, ਆਨਲਾਈਨ ਆ। DMV ਤੇ ਜਾ ਕੇ ਆਪਣੀ ਐਪਲੀਕੇਸ਼ਨ ਭਰ ਸਕਦੇ ਹੈਗੇ ਆ। ਪੂਰੇ ਕੈਲੀਫੋਰਨੀਆ ਦੇ ਵਿੱਚ ਇਹ ਲਾਗੂ ਹੋ ਗਿਆ ਆ। ਅਗਲੀ ਖਬਰ ਵੱਲ ਚਲੀਏ। ਸਿੰਗਾਪੁਰ ਦੇ ਵਿੱਚ ਸਿੰਗਾਪੁਰ ਦੀ ਸਿੱਖ ਕਮਿਊਨਿਟੀ
ਤੇ ਏਸ਼ੀਅਨ ਸਿਵਲਾਈਜੇਸ਼ਨ ਮਿਊਜ਼ੀਅਮ ਨੇ ਰਲ ਕੇ ਸਿੱਖ ਆਰਟ ਨੂੰ ਡਿਸਪਲੇ ਕੀਤਾ ਹੈਗਾ ਆ। ਉਹਦੇ ਵਿੱਚ ਇੰਡੀਆ ਤੋਂ ਵੀ ਆਰਟ ਲਿਆਂਦਾ ਉਹਨੇ, ਯੂਕੇ ਤੋਂ ਵੀ, ਵੱਖ-ਵੱਖ ਮੁਲਕਾਂ ਤੋਂ। 19ਵੀਂ ਸੈਂਚੁਰੀ ਦੀਆਂ ਪੇਂਟਿੰਗਸ, 9ਵੇਂ ਸਿੱਖ ਗੁਰੂ ਤੇਗ ਬਹਾਦਰ ਜੀ ਤੇ 400ਵੀਂ ਬਰਥ ਐਨਵਰਸਰੀ ਪਿਛਲੇ ਸਾਲ ਮਨਾਈ ਗਈ ਸੀ। ਤੇ ਉਹਦੇ ਸੰਬੰਧ ਦੇ ਵਿੱਚ ਇਹ ਉੱਥੇ ਐਗਜ਼ੀਬਿਸ਼ਨ ਲਾਈ ਗਈ ਹੈਗੀ ਆ। ਕਹਿੰਦੇ ਪਈ ਇਹ ਪਰਮਾਨੈਂਟ ਸ਼ੋਕੇਸ ਜੋ ਹੈਗਾ ਇਹ ਰਿਜ਼ਲਟ ACM ਕੋਲੈਬੋਰੇਸ਼ਨ 2018 ਤੋਂ ਜੋ ਚੱਲ ਰਹੀ ਸੀ ਸਿੱਖ ਕਮਿਊਨਿਟੀ ਦੀ। 13,000 ਦੇ ਕਰੀਬ ਸਿੱਖ ਕਮਿਊਨਿਟੀ ਸਿੰਗਾਪੁਰ ਦੇ ਵਿੱਚ ਰਹਿੰਦੀ ਹੈਗੀ ਆ। ਪਿਛਲੇ ਮੰਗਲਵਾਰ ਇਹ ਐਗਜ਼ੀਬਿਸ਼ਨ ਸਟਾਰਟ ਹੋਈ ਹੈਗੀ ਆ। ਸੋ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਜਿਹੜੇ ਸਿੱਖਾਂ ਦੇ ਹੈਗੇ ਆ, ਉਹਨਾਂ ਫਾਊਂਡਰ ਤੇ ਆਪਣੇ ਸਿੱਖ ਧਰਮ ਦੇ, ਉਹਨਾਂ ਦੀ ਯਾਦ ਦੇ ਵਿੱਚ ਇਹ ਐਗਜ਼ੀਬਿਸ਼ਨ ਲਾਈ ਗਈ ਹੈਗੀ ਆ। ਸੋ ਵੱਖ-ਵੱਖ ਮੁਲਕਾਂ ਤੋਂ ਜੋ ਆਰਟ ਵਰਕ ਆ ਉਹ ਉੱਥੇ ਲਿਆਂਦਾ ਗਿਆ। ਅਫਗਾਨਿਸਤਾਨ, ਬੰਗਲਾਦੇਸ਼, ਇੰਡੀਆ, ਈਰਾਨ, ਇਰਾਕ, ਪਾਕਿਸਤਾਨ, ਸਾਊਦੀ ਅਰੇਬੀਆ, ਸ਼੍ਰੀਲੰਕਾ ਤੇ ਤਿੱਬਤ, ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਗਏ ਹੈਗੇ ਆ। ਸੋ ਇਸ ਨੂੰ ਸਿੰਗਾਪੁਰ ਦੇ ਮੀਡੀਆ ਨੇ ਕਾਫੀ ਕਵਰੇਜ ਦਿੱਤੀ ਹੈਗੀ ਆ। ਕੈਲੀਫੋਰਨੀਆ ਦੁਨੀਆ ਦੀ 5ਵੀਂ ਲਾਰਜੈਸਟ ਇਕੋਨਮੀ ਹੈਗੀ ਆ। ਤੀਜੀ ਵਾਰ ਲਗਾਤਾਰ ਡਰਾਊਟ ਆ ਰਿਹਾ ਹੈਗਾ ਕੈਲੀਫੋਰਨੀਆ ਦੇ ਵਿੱਚ। NOAA ਨੇ ਫੋਰਕਾਸਟ ਕੀਤਾ ਹੈਗਾ ਵੀ ਇਹ ਡਰਾਊਟ ਆ ਇਸ ਵਾਰ ਬਹੁਤ ਹੀ ਜ਼ਿਆਦਾ ਬੁਰਾ ਹੋਊਗਾ। ਜੇ ਤੁਸੀਂ ਸਨ ਮੈਕੀਨ ਵੈਲੀ, ਸੈਂਟਰ ਵੈਲੀ ਜਾਂ ਕਰਨ ਕਾਉਂਟੀ, ਸਟਰ ਕਾਉਂਟੀ, ਇਹਨਾਂ ਏਰੀਆ 'ਚ ਜਾਓਗੇ ਜਿੱਥੇ ਬਹੁਤ ਜ਼ਿਆਦਾ ਐਗਰੀਕਲਚਰ ਦੀਆਂ ਕਮੋਡਿਟੀਜ਼ ਹੁੰਦੀਆਂ ਆ, ਉੱਥੇ ਤੁਸੀਂ ਆਮ ਸਾਈਨ ਦੇਖ ਸਕਦੇ ਹੈਗੇ ਆ, ਫੂਡ ਗਰੋਜ਼ ਵੇਅਰ ਵਾਟਰ ਫਲੋਜ਼। ਪਾਣੀ ਦੀ ਘਾਟ ਹੈਗੀ ਬਹੁਤ। ਜਿਹੜੇ ਪੋਲੀਟੀਸ਼ੀਅਨ ਆ ਕੈਲੀਫੋਰਨੀਆ ਦੇ, ਉਹਨਾਂ ਦੇ ਅਗੇਂਸਟ ਵੀ ਕਾਫੀ ਕੁਛ ਲਿਖਿਆ ਹੁੰਦਾ। ਇਹਨਾਂ ਜਿਹੜੇ ਵੱਡੇ ਵੱਡੇ ਬੈਨਰਸ ਲੱਗੇ ਹੋਏ ਹੈਗੇ ਆ ਹਾਈਵੇਜ਼ ਦੇ ਉੱਤੇ, 99, 152, 5 ਦੇ ਉੱਤੇ। ਲੱਗਦਾ ਨਹੀਂ ਵੀ ਰਿਲੀਫ ਇਸ ਸਾਲ ਕਿਸਾਨਾਂ ਨੂੰ ਕੋਈ ਮਿਲੂਗੀ, ਕਿਉਂਕਿ ਹੁਣ ਮਾਰਚ 18 ਹੋ ਗਈ ਹੈਗੀ ਆ ਤੇ ਲੱਗਦਾ ਨਹੀਂ ਵੀ ਕੋਈ ਵੱਡਾ ਚਾਂਸ ਆ ਵੀ ਮੀਂਹ ਇੱਥੇ ਆ ਜਾਊਗਾ। ਸਾਇੰਟਿਸਟ ਨੇ ਕਿਹਾ ਵੀ US ਵੈਸਟ ਦੇ ਵਿੱਚ 1200 ਸਾਲ ਬਾਅਦ ਇੰਨਾ ਵੱਡਾ ਮੈਗਾ ਡਰਾਊਟ ਆਇਆ ਹੈਗਾ। 60% ਕੰਟੀਨੈਂਟਲ US ਇਸ ਡਰਾਊਟ ਨੂੰ ਐਕਸਪੀਰੀਅੰਸ ਕਰ ਰਿਹਾ। ਸੋ ਵੈਸਟ ਕੋਸਟ ਬਹੁਤ ਜ਼ਿਆਦਾ ਇਹਦੇ ਤੇ ਅਸਰ ਹੋ ਰਿਹਾ ਹੈਗਾ। ਸਟੇਟ ਦੀ GDP 2021 ਦੇ ਵਿੱਚ $3.35 ਟ੍ਰਿਲੀਅਨ ਸੀ, ਜੋ ਕਿ USA ਦੀ ਟੋਟਲ ਇਕੋਨਮੀ ਦਾ 14.6% ਬਣਦਾ ਹੈਗਾ। ਤੇ 5ਵੀਂ ਲਾਰਜੈਸਟ ਇਕੋਨਮੀ ਇਨ ਦਾ ਵਰਲਡ ਹੈਗੀ ਆ USA ਦੁਨੀਆ ਦੇ ਵਿੱਚ ਕੈਲੀਫੋਰਨੀਆ ਲਗਭਗ 25% ਨੇਸ਼ਨ ਦਾ ਫੂਡ ਸਪਲਾਈ ਕਰਦਾ। ਐਗਰੀਕਲਚਰ ਸੈਕਟਰ ਦੇ ਵਿੱਚ $50 ਬਿਲੀਅਨ ਦੀ ਇੰਡਸਟਰੀ ਆ, ਜੋ ਕਿ 400 ਤੋਂ ਵੱਧ ਕਮੋਡਿਟੀਜ਼ ਪ੍ਰੋਡਿਊਸ ਕਰਦੇ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਗਰੀਕਲਚਰ ਦੇ ਮੁਤਾਬਕ। ਕੈਲੀਫੋਰਨੀਆ ਦੇ ਵਿੱਚ $20 ਬਿਲੀਅਨ ਦੀ ਐਗਰੀਕਲਚਰ ਸੇਲਜ਼ ਪਿਛਲੇ ਸਾਲ ਦੇ ਵਿੱਚ ਹੋਈ ਹੈਗੀ ਆ। ਸੋ ਇਹ ਬਹੁਤ ਵੱਡਾ ਫਿਗਰ ਆ। ਪਰ ਲਾਸਟ ਟਾਈਮ ਜਦੋਂ ਕਹਿੰਦੇ ਵੱਡਾ ਡਰਾਊਟ ਆਇਆ ਸੀ 2014 ਦੇ ਵਿੱਚ, ਉਹਦੇ ਵੀ ਬਹੁਤ ਜ਼ਿਆਦਾ ਅਸਰ ਪਿਆ ਸੀ। ਸੋ ਹੋਣ ਵਾਲੇ ਡਰਾਊਟ ਦੇ ਨਾਲ ਵੀ ਜੌਬਸ ਕਈ ਲੋਕਾਂ ਦੀਆਂ ਖੇਤੀਬਾੜੀ ਦੇ ਫੀਲਡ ਵਾਲੀਆਂ ਲਾਸ ਹੋਈਆਂ। 8745 ਇਹ ਕੈਲੀਫੋਰਨੀਆ ADD ਨੇ ਨੰਬਰ ਦੱਸਿਆ ਹੈਗਾ। $1.2 ਬਿਲੀਅਨ ਦਾ ਡਾਇਰੈਕਟ ਕਾਸਟ ਹੈਗਾ ਵਾਟਰ ਕੱਟ ਵੈਕਸ ਦਾ। ਸੋ ਕੈਲੀਫੋਰਨੀਆ ਵਾਟਰ ਆਫੀਸ਼ੀਅਲਸ ਤੇ ਸਟੇਟ ਏਜੰਸੀਜ਼ ਨੇ ਫਾਰਮਰਸ ਨੂੰ ਦੱਸ ਦਿੱਤਾ ਕਿ ਰਿਜ਼ਰਵਾਇਰ ਦੇ ਵਿੱਚ ਪਾਣੀ ਬੜਾ ਘੱਟ ਆ। ਸੋ ਇਸ ਵਾਰੀ ਜਿਹੜੀ ਡਿਸਟ੍ਰੀਬਿਊਸ਼ਨ ਆ ਪਾਣੀ ਦੀ ਉਹ ਬੜੀ ਘੱਟ ਮਿਲੂਗੀ। ਸੋ ਇਸ ਕਰਕੇ ਕਿਸਾਨ ਬਹੁਤ ਜ਼ਿਆਦਾ ਫਿਕਰਮੰਦ ਹੈਗੇ ਆ। ਕਹਿੰਦੇ ਭਈ ਸਾਨੂੰ ਥੋੜ੍ਹੀ ਅਕਲ ਵਰਤਣੀ ਪਊਗੀ ਹੁਣ ਪਾਣੀ ਯੂਜ਼ ਕਰਨ ਦੇ ਲਈ, ਤਾਂ ਕਿ ਡਰੌਟ ਤੋਂ ਕਿਸ ਤਰ੍ਹਾਂ ਬਚਿਆ ਜਾ ਸਕੇ। ਨੈਚੁਰਲ ਰਿਸੋਰਸਿਸ ਸੈਕਟਰੀ ਵੇਡ ਕ੍ਰੋਫਰਡ ਉਹਨਾਂ ਨੇ ਦੱਸਿਆ ਵੀ ਕਹਿੰਦੇ ਵੀ ਜਿਹੜਾ ਪਾਣੀ ਆ ਇਹ ਇੱਕ ਪ੍ਰੀਸ਼ੀਅਸ ਰਿਸੋਰਸ ਹੈਗਾ ਆ, ਬਹੁਤ ਹੀ ਕੀਮਤੀ ਚੀਜ਼ ਆ। ਸਾਡੇ ਤਾਂ ਗੁਰੂ ਬਹੁਤ ਲੰਮਾ ਸਮਾਂ ਪਹਿਲਾਂ ਕਹਿ ਗਏ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸੋ ਆਪਾਂ ਸਾਰਿਆਂ ਨੂੰ, ਤੁਸੀਂ ਕਿਤੇ ਵੀ ਰਹਿੰਦੇ ਆ ਦੁਨੀਆ 'ਚ,
ਨੈਕਸਟ ਕਹਿੰਦੇ ਭਈ ਆਉਣ ਵਾਲੀ ਜਿਹੜੀ ਲੜਾਈ ਆ ਉਹ ਪਾਣੀ ਪਿੱਛੇ ਲੱਗ ਸਕਦੀ ਆ ਪੂਰੀ ਦੁਨੀਆ ਦੇ ਵਿੱਚ। ਸੋ ਆਪਾਂ ਨੂੰ ਪਾਣੀ ਬੜੇ ਧਿਆਨ ਦੇ ਨਾਲ ਵਰਤਣਾ ਚਾਹੀਦਾ। ਪੰਜਾਬੀ ਰੇਡੀਓ USA ਪਿਛਲੇ 10 ਸਾਲਾਂ ਤੋਂ ਵੱਖ-ਵੱਖ ਇਸ਼ੂਜ਼ ਦੇ ਉੱਤੇ, ਪਾਣੀਆਂ ਦੇ ਉੱਤੇ ਆਪਾਂ ਦੱਸਦੇ ਰਹੇ ਵੀ ਕਿਸ ਤਰ੍ਹਾਂ ਪਾਣੀ ਨੂੰ ਬਚਾ ਸਕਦੇ ਹਾਂ, ਕਿਉਂਕਿ ਸਾਨੂੰ ਆਦਤ ਹੁੰਦੀ ਕਈ ਵਾਰੀ ਉੱਦਾਂ ਹੀ ਪਾਣੀ ਖੁੱਲ੍ਹਾ ਛੱਡੀ ਰੱਖੀਦਾ, ਚਾਹੇ ਤੁਸੀਂ ਟੂਥਬਰਸ਼ ਕਰਦੇ ਆ ਜਾਂ ਨਹਾਉਂਦੇ ਹੈਗੇ ਆ, ਬਾਥ ਲੈਂਦੇ ਆ। ਸੋ ਉਸ ਟਾਈਮ ਦੇ ਉੱਤੇ ਵੀ ਸਾਨੂੰ ਜਿਹੜੀ ਪਾਣੀ ਦੀ ਕੰਜ਼ੰਪਸ਼ਨ ਆ ਉਹਦੇ ਉੱਤੇ ਬਹੁਤ ਧਿਆਨ ਰੱਖਣਾ ਚਾਹੀਦਾ। ਬਹੁਤ ਸਾਰੇ ਲੋਕਾਂ ਨੇ ਆਪਣੇ ਜਿਹੜੇ ਲੌਨਸ ਆ ਫਰੰਟ ਵਾਲੇ, ਉੱਥੇ ਤਾਂ ਉਹਨੇ ਆਰਟੀਫਿਸ਼ੀਅਲ ਗਰਾਸ ਪਾਤਾ ਆ ਤਾਂ ਕਿ ਜਿਹੜਾ ਪਾਣੀ ਆ ਉਹ ਨਾ ਯੂਜ਼ ਕਰਨਾ ਪਵੇ। ਕੈਲੀਫੋਰਨੀਆ ਦੇ ਵਿੱਚ ਕਰੰਟ ਪ੍ਰੈਡਿਕਸ਼ਨ ਇਹ ਆ ਵੀ 57% ਰਨ ਆਫ ਦੇ ਇਸ ਵੇਲੇ ਸਾਡੇ ਕੋਲ ਪਾਣੀ ਆ, ਜੇ ਇਹ ਕਾਫੀ ਘਟ ਗਿਆ ਹੈਗਾ ਪਿਛਲੇ ਸਾਲਾਂ ਦੇ ਨਾਲੋਂ। ਸੋ ਆਮ ਤੁਸੀਂ ਲੇਕਸ ਕੈਲੀਫੋਰਨੀਆ 'ਚ ਦੇਖ ਸਕਦੇ ਆ, ਜਿੱਥੇ ਵੀ ਜਾਂਦੇ ਹੈਗੇ ਆ ਉੱਥੇ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਹੈਗਾ ਆ। ਸਨੋ ਮੈਲਟ ਵੈਸਟਰਨ ਯੂਨਾਈਟਿਡ ਸਟੇਟਸ ਕਹਿੰਦੇ ਲੱਗਦਾ ਨਹੀਂ ਇਸ ਵਾਰੀ ਕੋਈ ਫਲੱਡਿੰਗ ਹੋ ਗਈ ਜਾਂ ਨਹੀਂ, ਪਰ ਸਨੋ ਪਈ ਤਾਂ ਬਹੁਤ ਸੀ ਸਿਆਰਾ 'ਚ, ਪਰ ਉਹ ਨਾਲ ਦੀ ਨਾਲ ਪਿਘਲਦੀ ਜਾ ਰਹੀ ਹੈਗੀ ਆ। ਸੋ ਕੈਲੀਫੋਰਨੀਆ ਦੇ ਲਈ ਇਹ ਸਾਲ ਬੜਾ ਖਤਰਨਾਕ ਆ, ਖਾਸ ਕਰਕੇ ਫਾਰਮਰਸ ਤੇ ਜੋ ਐਗਰੀਕਲਚਰ ਫੀਲਡ 'ਚ ਕੰਮ ਕਰਦੇ ਆ, ਐਗਰੀਕਲਚਰ ਨਾਲ ਰਿਲੇਟਡ, ਚਾਹੇ ਉਹ ਟਰੱਕਰਸ ਵੀ ਹੈਗੇ ਆ, ਡਿਲੀਵਰ ਤਾਂ ਉਹੀ ਫੂਡ ਕਰਦੇ ਆ। ਸੋ ਸਾਨੂੰ ਸਾਰਿਆਂ ਨੂੰ ਜਿਹੜਾ ਪਾਣੀ ਬਚਾਉਣਾ ਪੈਣਾ ਹੈਗਾ। 36 ਮਿਲੀਅਨ ਸਾਲ ਪੁਰਾਣਾ ਫੋਸਲ ਜਿਸ ਦਾ ਨਾਂ ਸੀ ਮੌਨਸਟਰ ਕਰਕੇ ਹੈਗਾ ਆ, ਉਹ ਪੈਰੂਵੀਅਨ ਡੈਜ਼ਰਟ ਦੇ ਵਿੱਚ ਲੱਭਿਆ ਹੈਗਾ। ਪੇਰੂ ਦੇ ਪੈਲੈਂਟੋਲੋਜਿਸਟ ਉਹਨਾਂ ਨੇ ਇਹ ਫੋਸਲਸ ਰਿਮੇਨਸ ਲੱਭੇ ਆ 36 ਮਿਲੀਅਨ ਸਾਲ ਪੁਰਾਣਾ, ਜੋ ਇਹ ਕਹਿੰਦੇ ਪਏ ਡੈਜ਼ਰਟ ਦੇ ਵਿੱਚ। ਸਾਇੰਟਿਸਟ ਨੇ ਇਹਨਾਂ ਫੋਸਲਸ ਨੂੰ ਸੀ ਮੌਨਸਟਰ ਕਰਕੇ ਕਿਹਾ ਆ। ਕਹਿੰਦੇ ਵੀ ਇਹਨਾਂ ਨੇ ਬਹੁਤ ਜ਼ਿਆਦਾ ਉਸ ਟਾਈਮ ਦੇ ਉੱਤੇ ਡੈਮੇਜ ਕੀਤਾ ਜਿਸ ਟਾਈਮ ਦੇ ਉੱਤੇ ਇਹ ਮੌਨਸਟਰ ਐਨੀਮਲਸ ਰਹਿੰਦੇ ਸੀ। ਪੈਲੈਂਟੋਲੋਜਿਸਟ ਮਰੀਓ ਉਰਵੀਨਾ ਇਹ ਹੈੱਡ ਹੈਗੇ ਇਸ ਟੀਮ ਦੇ, ਜੋ ਉਸ ਨੂੰ ਡਿਸਕਵਰ ਕਰ ਰਹੇ ਸੀ। ਉਰਵੀਨਾ ਨੇ ਇਹ ਕਿਹਾ ਬਸੀਲੋਸੌਰਸ, ਜੋ ਕਿ 2021 ਸੰਨ ਦੇ ਐਂਡ ਦੇ ਵਿੱਚ ਲੱਭਿਆ ਸੀ, ਓਕੂ ਕੈਜ਼ੇ ਡੈਜ਼ਰਟ ਆਈਕਾ ਡਿਪਾਰਟਮੈਂਟ ਨੇ 215 ਮੀਲ ਸਾਊਥ ਆਫ ਲੀਮਾ, ਉੱਥੇ ਫੋਸਲ ਲੱਭੇ ਆ, ਜਿਹੜੇ ਕਿ ਮਿਲੀਅਨਸ ਆਫ ਈਅਰਸ ਗੋ ਇਹ ਰਹਿੰਦੇ ਸੀਗੇ। ਸੀ ਮੈਮਲਸ ਜਿਹੜੇ ਆ, ਇਹਨਾਂ ਦਾ ਨਾਮ ਦੱਸਿਆ ਗਿਆ। ਰੋਡੋਲਫੋ ਸਾਲਸ ਚੀਫ ਪੈਲੈਂਟੋਲੋਜਿਸਟ ਹੈਗੇ ਪੇਰੂ ਦੀ ਨੈਸ਼ਨਲ ਯੂਨੀਵਰਸਿਟੀ ਆਫ ਸੈਨ ਮਾਰਕੋਸ ਦੇ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫੋਸਲ ਲੱਭਿਆ ਗਿਆ ਵੇਲ ਦਾ, ਇਹਨੂੰ ਸੀ ਮੌਨਸਟਰ ਦਾ ਨਾਮ ਦਿੱਤਾ ਗਿਆ ਹੈਗਾ। 55 ਫੁੱਟ ਲੰਮੀ ਇਹ ਬੇਲ ਸੀ, ਇੱਕ ਤਰ੍ਹਾਂ ਦੇ ਨਾਲ ਇਹ ਪ੍ਰੀਡੇਟਰ ਸੀ। ਸੋ ਬਹੁਤ ਛੋਟੇ ਛੋਟੇ ਜੋ ਜਾਨਵਰ ਆ ਜੋ ਇਸ ਤੋਂ ਛੋਟੇ ਸੀ, ਸ਼ਾਰਕਸ ਵੀ ਹੋਰ, ਉਹਨਾਂ ਸਾਰਿਆਂ ਨੂੰ ਇਹ ਖਾ ਜਾਂਦੀ ਸੀ। ਸੋ ਕਹਿੰਦੇ ਭਈ ਜਦੋਂ ਇਹ ਫੂਡ ਦੀ ਸਰਚ ਕਰਦੀ ਸੀ, ਸੋ ਇਸ ਨੇ ਬਹੁਤ ਜ਼ਿਆਦਾ ਡੈਮੇਜ ਉਸ ਟਾਈਮ ਦੇ ਉੱਤੇ ਕੀਤਾ ਹੈਗਾ। ਟੀਮ ਦੇ ਮੈਂਬਰ ਰੋਡੋਲਫੋ ਸਾਲਸ ਗਿਸਮੋਂਡੀ, ਉਹਨਾਂ ਨੇ ਕਿਹਾ ਬਸੀਲੋਸੌਰਸ ਡਿਫਰੈਂਟ ਆ ਹੋਰ ਜਿਹੜੇ ਸਪੀਸੀਜ਼ ਪਹਿਲਾਂ ਲੱਭੀਆਂ ਉਹਨਾਂ ਨਾਲੋਂ, ਕਿਉਂਕਿ ਇਹਦੇ ਜਿਹੜੇ ਦੰਦ ਆ ਉਹ ਵੀ ਬਹੁਤ ਲੰਮੇ ਲੰਮੇ ਤੇ ਬਹੁਤ ਜ਼ਿਆਦਾ ਖਤਰਨਾਕ ਸੀ। ਸੋ ਹੁਣ ਦੇਖੋ 55 ਫੁੱਟ ਲੰਮੀ ਵੇਲ, ਇਹ ਉਹ ਵੀ ਬਹੁਤ ਖਤਰਨਾਕ ਹੋਵੇ। ਸੋ ਇਹ ਉਸ ਟਾਈਮ ਦੀ ਸੀ। ਕਹਿੰਦੇ ਵੀ ਲੇਟ ਈਓਸੀਨ ਪੀਰੀਅਡ 56 ਮਿਲੀਅਨ ਤੋਂ ਲੈ ਕੇ 34 ਮਿਲੀਅਨ ਈਅਰਸ ਗੋ ਇਹ ਇੱਥੇ ਰਹਿੰਦੇ ਸੀ। ਆਲਮੋਸਟ ਉਹਨਾਂ ਨੇ 55 ਮਿਲੀਅਨ ਈਅਰਸ ਓਲਡ ਇਹ ਫੋਸਲ ਦੀ ਜਿਹੜੀ ਆ ਏਜ ਦੱਸੀ ਹੈਗੀ ਆ। ਓਕੂ ਕਾਜੇ ਡੈਜ਼ਰਟ ਬਹੁਤ ਰਿਚ ਹੈਗਾ ਫੋਸਲਸ ਦੇ ਮਾਮਲੇ ਵਿੱਚ। ਰਿਸਰਚਰਸ ਨੇ ਇਹ ਕਿਹਾ, ਸਾਇੰਟਿਸਟ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਐਵੋਲਿਊਸ਼ਨਰੀ ਐਵੀਡੈਂਸ ਦਿੱਤੇ ਹੈਗੇ ਆ 55 ਮਿਲੀਅਨ ਈਅਰਸ ਅਗੋ ਤੱਕ। ਸੋ ਇਹ 180 ਮਿਲੀਅਨ ਈਅਰ ਓਲਡ ਜਾਇੰਟ ਇੱਕ ਸੀ ਡਰੈਗਨ ਫੋਸਲ UK ਦੇ ਵਿੱਚ ਵੀ ਲੱਭਿਆ ਗਿਆ ਸੀ।
ਅਗਲੀ ਖਬਰ ਆਪਣੀ ਗੁਆਂਢੀ ਸਟੇਟ ਨਵਾਡਾ ਤੋਂ ਆ ਰਹੀ ਹੈ। ਨਵਾਡਾ ਦੇ ਵਿੱਚ ਕਹਿੰਦੇ ਵੀ ਇੱਕ ਬੀਬੀ ਵਾਲਮਾਰਟ ਦੇ ਸਟੋਰ ਤੋਂ ਬਾਹਰੋਂ ਡਿਸਪੀਅਰ ਹੋ ਗਈ ਹੈਗੀ ਆ। ਜਦੋਂ ਵੀਡੀਓ ਦੇਖੀ ਆ ਉਹਦੇ ਚੋਂ ਇਹ ਪਤਾ ਚੱਲਿਆ ਵੀ ਇਸ ਲੇਡੀ ਦੇ ਬ੍ਰਦਰ ਨਾਇਮੀ ਆਇਰੀਅਨ 18 ਸਾਲਾਂ ਦੀ ਜੋ ਇਹ ਬੱਚੀ ਹੈਗੀ ਆ, ਉਹਦੇ ਬ੍ਰਦਰ ਨੇ ਇਹ ਦੱਸਿਆ ਵੀ ਮੈਨੂੰ ਲੱਗਦਾ ਹੈ ਵੀ ਉਸ ਨੂੰ ਕਿਡਨੈਪ ਕੀਤਾ ਗਿਆ ਹੈਗਾ। ਇਹ ਫਰਨਲੀ ਟਾਊਨ ਦਾ ਵਾਲਮਾਰਟ ਆ, ਉਹਦੇ ਬਾਹਰੋਂ ਲਿਓਨ ਕਾਉਂਟੀ ਸ਼ੈਰਿਫ ਆਫਿਸ ਨੇ ਖਬਰ ਦਿੱਤੀ ਹੈਗੀ ਆ। ਕਹਿੰਦੇ ਵੀ ਨਾਇਮੀ ਆਇਰੀਅਨ 18 ਸਾਲਾਂ ਦੀ ਫਰਨਲੇ ਦੀ ਰਹਿਣ ਵਾਲੀ ਪਿਛਲੇ 5 ਵਜੇ ਦੇ ਕਰੀਬ ਕੱਲ੍ਹ ਜਾਣੀ ਕਿ ਦੇਖੀ ਗਈ ਸੀਗੀ। ਉਸ ਤੋਂ ਬਾਅਦ ਪਤਾ ਨਹੀਂ ਲੱਗਾ ਉਹ ਕਿੱਥੇ ਚਲੇ ਗਈ। ਤੇ ਜਦੋਂ ਹੁਣ ਵੀਡੀਓ ਦੇਖ ਰਹੇ ਹਾਂ ਤੇ ਉਹ ਲੱਗਦਾ ਵੀ ਕਹਿੰਦੇ ਕਿਡਨੈਪ ਦੀ ਸਟੋਰੀ ਲੱਗਦੀ ਹੈਗੀ ਆ। ਸੋ ਉਹਦਾ ਓਲਡ ਬ੍ਰਦਰ ਕੈਸੀ ਵੈਲੀ 32 ਸਾਲਾਂ ਦਾ ਆ, ਉਹ ਕਹਿੰਦਾ ਵੀ ਮੈਂ ਸਾਰੀ ਸਰਵੇਲੈਂਸ ਫੁਟੇਜ ਦੇਖੀ ਹੈਗੀ ਆ ਵਾਲਮਾਰਟ ਦੀ। ਤੇ ਕੁਛ ਲੋਕ ਜਿਨ੍ਹਾਂ ਨੇ ਮਾਸਕ ਪਾਏ ਹੋਏ ਸੀ ਉਹ ਉਹਦੇ ਵੱਲ ਆਏ ਤੇ ਉਸ ਨੂੰ ਖਿੱਚ ਕੇ ਕਾਰ ਦੇ ਵਿੱਚ ਲੈ ਗਏ ਹੈਗੇ ਆ। ਤੇ ਹਜੇ ਤੱਕ ਉਹਦੇ ਬਾਰੇ ਜਿਹੜੀ ਆ ਕੋਈ ਵੀ ਅਪਡੇਟ ਨਹੀਂ ਪਤਾ ਚੱਲੀ। ਆਇਰਨੀ ਦੀ ਕਾਰ ਸਰਚ ਕੀਤੀ ਗਈ ਹੈਗੀ ਆ ਤੇ ਵਾਸ਼ੋ ਕਾਉਂਟੀ ਫੋਰੈਂਸਿਕ ਇਨਵੈਸਟੀਗੇਸ਼ਨ ਸੈਕਸ਼ਨ ਇਸ ਦੀ ਪੂਰੀ ਇਨਵੈਸਟੀਗੇਸ਼ਨ ਕਰ ਰਿਹਾ ਹੈਗਾ। ਨਿਊਜ਼ ਕਾਨਫਰੰਸ ਦੇ ਦੌਰਾਨ ਲਿਓਨ ਕਾਉਂਟੀ ਦੇ ਸ਼ੈਰਿਫ ਫਰੈਂਕ ਹਿਊਨਵੈਲ ਨੇ ਇਹ ਲੋਕਾਂ ਤੋਂ ਬੇਨਤੀ ਕੀਤੀ ਹੈ ਵੀ ਜੇ ਕਿਸੇ ਨੂੰ ਵੀ ਕੋਈ ਇਸ ਦੇ ਬਾਰੇ ਜਾਣਕਾਰੀ ਹੋਵੇ ਤਾਂ ਉਹ ਉਹਦੇ ਨਾਲ ਸਾਂਝੀ ਕਰਨ। ਇਹ ਜੋ ਲੇਡੀ ਹੈਗੀ ਆ ਏਰੀਓਨ, ਇਹ ਪੈਨਾਸੋਨਿਕ ਇੱਕ ਕੰਪਨੀ ਆ, ਉੱਥੇ ਇਹ ਕੰਮ ਕਰਦੀ ਸੀ। ਤੇ ਹੁਣ ਅਪਡੇਟ ਜਿਹੜੀ ਆ ਉਹਦੇ ਬਾਰੇ ਹਜੇ ਸਾਰੇ ਵੇਟ। ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਬਹੁਤ ਵਾਰ ਜਦੋਂ ਉਹ ਬੋਲਦੇ ਆ ਕੋਈ ਨਾ ਕੋਈ ਗੱਲ ਜਿਹੜੀ ਆ ਉਹ ਗਲਤ ਕਹਿ ਜਾਂਦੇ ਹੈਗੇ ਆ। ਸੋ ਹੁਣ ਇੱਕ ਵਾਰ ਨਹੀਂ ਬਹੁਤ ਵਾਰ ਹੋ ਗਿਆ। ਅੱਜ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਨੂੰ ਫਸਟ ਲੇਡੀ ਕਹਿ ਦਿੱਤਾ। ਸੋ ਕਹਿਣਾ ਤਾਂ ਉਹਨਾਂ ਨੇ ਆਪਣੀ ਵਾਈਫ ਦਾ ਨਾਂ ਸੀ, ਪਰ ਭੁਲੇਖੇ ਦੇ ਨਾਲ ਫਸਟ ਲੇਡੀ ਕਮਲਾ ਦੇਵੀ ਹੈਰਿਸ ਕਹਿ ਦਿੱਤਾ। ਇਹ ਮੰਗਲਵਾਰ ਨੂੰ ਇਹ ਉਹਨਾਂ ਨੇ ਅਨਾਊਂਸ ਕੀਤਾ ਆ। ਮਿਕਸ ਅਪ ਹੋ ਗਿਆ ਜਦੋਂ ਉਹ ਇੱਕ ਜਗ੍ਹਾ ਦੇ ਉੱਤੇ ਬੋਲ ਰਹੇ ਸੀਗੇ, ਜਦੋਂ ਕਿ ਕਮਲਾ ਦੇਵੀ ਹੈਰਿਸ ਉੱਥੇ ਹੈ ਵੀ ਨਹੀਂ ਸੀ, ਕਿਉਂਕਿ ਉਹਨਾਂ ਦਾ ਜਿਹੜਾ ਹਸਬੈਂਡ ਆ ਡਗ ਐਮੋਫ ਉਹ ਪੋਜ਼ਿਟਿਵ ਹੈਗਾ ਕੋਵਿਡ-19 ਤੋਂ ਉਹ ਇਸ ਕਰਕੇ ਕਮਲਾ ਹੈਰਿਸ ਵੀ ਉੱਥੇ ਹਾਜ਼ਰ ਨਹੀਂ ਸੀ। ਤੇ ਜਦੋਂ ਉਹਨਾਂ ਨੇ ਨਾਂ ਲਿਆ ਵੀ ਫਸਟ ਲੇਡੀ ਕਮਲਾ ਹੈਰਿਸ, ਤੇ ਲੋਕ ਜਿਹੜੇ ਉੱਥੇ ਹਾਜ਼ਰ ਸੀ ਸੁਣ ਰਹੇ ਸੀ ਉਹ ਹੱਸ ਪਏ। ਸੋ ਫਿਰ ਵੀ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਉਹਨਾਂ ਨੇ ਇਹ ਜਿਹੜੀ ਗੱਲ ਆ ਉਹ ਗਲਤ ਕਹਿ ਦਿੱਤੀ ਹੈਗੀ ਆ। ਸੋ ਬਹੁਤ ਵਾਰ ਆਪਣੇ ਪ੍ਰੈਜ਼ੀਡੈਂਟ ਕੁਛ ਨਾ ਕੁਛ ਇੱਦਾਂ ਦੀ ਗੱਲਬਾਤ ਕਰ ਜਾਂਦੇ ਹੈਗੇ ਆ। ਸੋ ਇਹ ਵੀ ਦੱਸਦੀ ਜਾਈਏ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਹਸਬੈਂਡ ਐਮੋਫ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਏ ਗਏ ਆ। ਤੇ ਇਸ ਤੋਂ ਬਿਨਾਂ ਸਾਬਕਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹ ਵੀ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਸੈਚਰਡੇ ਨੂੰ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਮੀਂਹ ਆ ਸਕਦਾ ਹੈ। ਕਹਿੰਦੇ ਵੀ ਫਰਾਈਡੇ ਰਾਤ ਨੂੰ ਤੇ ਸੈਚਰਡੇ ਪੂਰਾ ਦਿਨ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ ਵੀ ਮੀਂਹ ਦੇ ਪੂਰੇ ਚਾਂਸ ਆ। ਮੀਟਰੋਲੋਜਿਸਟ ਇਹ ਕਹਿ ਰਹੇ ਆ ਵੀ ਕੁਆਟਰ ਆਫ ਇੰਚ 1/10 ਤੋਂ ਲੈ ਕੇ 1/10 ਤੋਂ ਲੈ ਕੇ ਕੁਆਟਰ ਆਫ ਇੰਚ ਤੱਕ ਮੀਂਹ ਪੈ ਸਕਦਾ ਹੈਗਾ। ਇਸ ਤੋਂ ਬਾਅਦ ਅਗਲੇ ਵੀਕ ਬਹੁਤ ਜ਼ਿਆਦਾ ਗਰਮੀ ਆਣੀ ਹੈਗੀ ਆ। ਸੈਂਟਰ ਵੈਲੀ ਦੇ ਵਿੱਚ ਵੀ ਬੇ ਏਰੀਆ 'ਚ ਵੀ 80 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਸਕਦਾ ਹੈਗਾ। ਸੋ ਅੱਜ ਕੱਲ੍ਹ ਕਲਾਈਮੇਟ ਚੇਂਜ ਕਰਕੇ ਟੈਂਪਰੇਚਰ ਦਾ ਪਤਾ ਨਹੀਂ ਲੱਗਦਾ, ਬਹੁਤ ਕੁਛ ਚੇਂਜ ਹੋ ਰਿਹਾ ਹੈਗਾ। ਸੋ ਆਪਾਂ ਆਸ ਕਰਦੇ ਹਾਂ ਚਲੋ ਜੇ 1/10 ਆਫ ਇੰਚ ਤੋਂ ਕੁਆਟਰ ਇੰਚ ਤੱਕ ਵੀ ਮੀਂਹ ਪੈਂਦਾ, ਕੁਛ ਨਾ ਕੁਛ ਤਾਂ ਜਿਹੜੀ ਆ ਰਾਹਤ ਮਿਲੂਗੀ। ਕਿਉਂਕਿ ਕੈਲੀਫੋਰਨੀਆ ਦੇ ਵਿੱਚ ਆਪਾਂ ਪਹਿਲੀਆਂ ਖਬਰਾਂ ਸਾਂਝਾ ਕੀਤਾ ਆ ਕਿ ਕਿਸ ਤਰ੍ਹਾਂ ਜਿਹੜਾ ਡਰਾਊਟ ਪੈ ਰਿਹਾ ਹੈਗਾ, ਬਹੁਤ ਜ਼ਿਆਦਾ ਜਿਹੜਾ ਨੁਕਸਾਨ ਉਹਦੇ ਨਾਲ ਹੋਣਾ ਆ। ਸੋ ਵੈਦਰ ਦੇ ਮੁਤਾਬਕ ਟੈਂਪਰੇਚਰ ਮਿਡ 70s ਦੇ ਵਿੱਚ ਰਹੇਗਾ। ਇਨਲੈਂਡ ਵੈਲੀਜ਼ ਦੇ ਵਿੱਚ, ਕੋਸਟਲ ਏਰੀਆ ਦੇ ਵਿੱਚ 60s ਦੇ ਲਾਗੇ ਛਾਗੇ ਰਹੂਗਾ। ਤੇ ਆਉਣ ਵਾਲੇ ਮੰਗਲਵਾਰ ਤੇ ਬੁੱਧਵਾਰ ਸਭ ਤੋਂ ਜ਼ਿਆਦਾ ਜਿਹੜੇ ਆ ਗਰਮ ਦਿਨ ਹੋਣਗੇ। ਕਈ ਜਗ੍ਹਾ ਦੇ ਉੱਤੇ ਟੈਂਪਰੇਚਰ 80 ਡਿਗਰੀ ਤੱਕ ਜਾ ਸਕਦਾ ਹੈਗਾ। ਅਗਲੀ ਖਬਰ ਰਸ਼ੀਆ ਤੋਂ, ਯੂਕਰੇਨ ਤੋਂ ਆ ਰਹੀ ਆ।
ਅੱਜ ਸਾਡਾ ਅਮਰੀਕਾ ਦਾ ਇੱਕ ਹੋਰ ਸਿਟੀਜ਼ਨ ਯੂਕਰੇਨ ਦੇ ਵਿੱਚ ਗੋਲੀਆਂ ਦੇ ਨਾਲ ਮਾਰਿਆ ਗਿਆ ਆ। ਰਸ਼ੀਅਨ ਫੋਰਸਿਸ ਨੇ ਬਲੇਮ ਕੀਤਾ ਆ, ਰਸ਼ੀਅਨ ਫੋਰਸਿਸ ਨੂੰ ਬਲੇਮ ਕੀਤਾ ਗਿਆ ਹੈ ਵੀ ਯੂਐਸ ਦਾ ਸੈਕੰਡ ਸਿਟੀਜ਼ਨ ਯੂਕਰੇਨ ਦੇ ਵਿੱਚ ਮਾਰਿਆ ਗਿਆ। ਮਿਨੇਸੋਟਾ ਦਾ ਰਹਿਣ ਵਾਲਾ ਜੇਮਸ ਹਿੱਲ ਕਹਿੰਦੇ ਭਈ ਨਾਰਥ ਈਸਟਰਨ ਯੂਕਰੇਨੀਅਨ ਸਿਟੀ ਆਫ ਚੈਰਨੀਹੇਵ ਦੇ ਵਿੱਚ ਸੀਗਾ ਜਦੋਂ ਰਸ਼ੀਆ ਵਾਲਿਆਂ ਨੇ ਅਟੈਕ ਕੀਤਾ, ਉੱਥੇ ਬੰਬਾਰਡਮੈਂਟ ਕੀਤੀ, ਉਹਦੇ ਵਿੱਚ ਇਸ ਦੀ ਮੌਤ ਹੋ ਗਈ ਹੈਗੀ ਆ। ਆਪਾਂ ਖਬਰਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਰਸ਼ੀਆ ਵਾਲੇ ਪੂਰੀ ਹੁਣ ਉਹਨਾਂ ਨੇ ਸਿਵਲਿਨ ਏਰੀਏ ਦੇ ਵਿੱਚ ਵੀ ਬੰਬਾਰਡਮੈਂਟ ਕਰਨੀ ਸ਼ੁਰੂ ਕੀਤੀ ਹੋਈ ਹੈਗੀ ਆ। ਅਪਾਰਟਮੈਂਟਾਂ ਦੇ ਵਿੱਚ ਹੋਰ ਜਿੰਨੇ ਸਾਰੇ ਏਰੀਏ ਆ ਹੁਣ ਉਹ ਇਹ ਦੇਖਦੇ ਨਹੀਂ। ਈਵਨ ਇੱਕ ਹਸਪਤਾਲ ਦੇ ਵਿੱਚ ਵੀ ਪੂਰੀ ਬੰਬਾਰਡਮੈਂਟ ਕੀਤੀ, ਉਹ ਜਦ ਕਿ ਉਹਦੇ ਆਲੇ ਦੁਆਲੇ ਸਾਈਨ ਵੀ ਲਾਏ ਸੀ ਵੀ ਇੱਥੇ ਬੱਚੇ ਹੈਗੇ ਆ। ਸੋ ਵਿਰੋਧ ਜ਼ਰੂਰ ਬਹੁਤ ਹੋ ਰਿਹਾ ਪੁਟਿਨ ਦਾ, ਪਰ ਉਹ ਹਜੇ ਵੀ ਕਿਸੇ ਤਰ੍ਹਾਂ ਦਾ ਪਿੱਛੇ ਹਟ ਨਹੀਂ ਰਹੇ ਹੈਗੇ। ਯੂਐਸ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ ਕਨਫਰਮ ਕੀਤਾ ਹੈਗਾ ਵੀ ਹਾਂ ਬਿਲਕੁਲ 2 ਅਮਰੀਕਨ ਦੀ ਹੁਣ ਤੱਕ ਮੌਤ ਹੋ ਚੁੱਕੀ ਹੈਗੀ ਆ ਇਸ ਸਾਰੇ ਸਮੇਂ ਦੇ ਦੌਰਾਨ ਜਦੋਂ ਤੋਂ ਹੀ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਉੱਤੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਵਲਾਡੀਮੀਰ ਪੁਟਿਨ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਅੱਜ ਸੈਲੀਬ੍ਰੇਟ ਕੀਤੀ ਹੈ ਐਨਵਰਸਰੀ ਕ੍ਰੀਮੀਆ ਐਨੈਕਸੇਸ਼ਨ ਦੇ ਸੰਬੰਧ ਦੇ ਵਿੱਚ। ਤੁਹਾਨੂੰ ਯਾਦ ਹੋਊਗਾ ਕ੍ਰੀਮੀਆ ਇੱਕ ਟਾਈਮ ਦੇ ਉੱਤੇ ਆਪਣਾ ਮੁਲਕ ਬਣ ਗਿਆ ਸੀ ਇੰਡੀਪੈਂਡੈਂਟ, ਫਿਰ ਰਸ਼ੀਆ ਨੇ ਉਹਦੇ ਤੇ ਕਬਜ਼ਾ ਕਰ ਲਿਆ ਸੀ। ਸੋ ਉਹਦੇ ਸੰਬੰਧ ਦੇ ਵਿੱਚ ਇੱਕ ਸਟੇਡੀਅਮ ਦੇ ਵਿੱਚ ਬਹੁਤ ਵੱਡੀ ਰੈਲੀ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਕੀਤੀ ਹੈਗੀ ਆ, ਜਿਹਦੇ ਵਿੱਚ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਕੋਲ ਰਸ਼ੀਆ ਦੇ ਫਲੈਗ ਸੀਗੇ। ਫੌਜ ਦੇ ਹੱਕ ਵਿੱਚ ਉਹਨਾਂ ਨੇ ਨਾਅਰੇ ਵੀ ਮਾਰੇ ਹੈਗੇ ਆ। ਜਦੋਂ ਪੁਟਿਨ ਬੋਲ ਰਿਹਾ ਸੀ ਉਸਨੇ ਇਹ ਕਿਹਾ ਆ ਵੀ ਮੈਂ ਪੂਰੀ ਦੁਨੀਆ ਬਿਨਾਂ ਨਾਜ਼ੀ ਤੋਂ ਦੇਖਣਾ ਚਾਹੁੰਦਾ ਆ, ਕਹਿੰਦਾ ਵੀ ਵਰਲਡ ਵਿਦਆਊਟ ਨਾਜ਼ੀਜ਼ਮ। ਸੋ ਹਾਲਾਂਕਿ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਤਾਂ ਜ਼ੈਲੈਂਸਕੀ ਖੁਦ ਨਾਜ਼ੀ ਤੋਂ ਸ਼ਿਕਾਰ ਆ, ਉਹਨਾਂ ਦੀ ਜਿਹੜੀ ਫੈਮਿਲੀ ਹੈਗੀ ਆ। ਰਸ਼ੀਅਨ ਟੀਵੀ ਚੈਨਲ ਨੇ ਇਹ ਪੂਰੇ ਦਾ ਪੂਰਾ ਸਪੀਚ ਜੋ ਆ ਉਹ ਟੀਵੀ ਦੇ ਉੱਤੇ ਦਿਖਾ ਲਿਆ ਤਾਂ ਕਿ ਜਿਹੜੀ ਆ ਲੋਕਾਂ ਦੇ ਵਿੱਚ ਸਹਿਮਤੀ ਬਹੁਤ ਬਣ ਸਕੇ ਭਈ ਹਾਂ ਜੋ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਹੈਗਾ ਉਹ ਵਧੀਆ ਕੀਤਾ ਹੈਗਾ। ਐਕਟਰੀਨਾ ਇੱਕ 26 ਸਾਲਾਂ ਦੀ ਸਕੂਲ ਟੀਚਰ ਆ, ਉਹਨੇ ਵੀ ਇਹ ਦੱਸਿਆ ਵੀ ਮੈਂ ਪ੍ਰੈਜ਼ੀਡੈਂਟ ਦੇ ਹੱਕ ਦੇ ਵਿੱਚ ਆ, ਜ਼ਿਆਦਾ ਕਿ ਬਹੁਤ ਸਾਰੇ ਵਿਰੋਧ ਦੇ ਵਿੱਚ ਵੀ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ 2 ਦਿਨ ਪਹਿਲਾਂ ਵਲਾਡੀਮੀਰ ਪੁਟਿਨ ਨੇ ਲਾ ਪਾਸ ਕਰਤਾ ਸੀ ਵੀ ਜੇ ਤੁਸੀਂ ਆਪਣੀਆਂ ਫੌਜਾਂ ਦੇ ਉਲਟ ਬੋਲੋਗੇ ਤੇ ਤੁਹਾਡੇ ਤੇ ਦੇਸ਼ ਧਰੋਹ ਦਾ ਜਿਹੜਾ ਕੇਸ ਚੱਲੇਗਾ 15 ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਹੈਗੀ ਆ। ਸੋ ਬਹੁਤ ਸਾਰੇ ਲੋਕ ਉਹਦੇ ਕਰਕੇ ਚੁੱਪ ਵੀ ਹੋ ਗਏ, ਪਰ ਰਸ਼ੀਆ ਨੂੰ ਟੋਟਲੀ ਬਾਈਕਾਟ ਕੀਤਾ ਹੋਇਆ ਹੈਗਾ ਪੂਰੀ ਦੁਨੀਆ ਦੇ ਮੀਡੀਆ ਚੈਨਲਸ ਨੇ, ਤੇ ਇਸ ਕਰਕੇ ਜਿਹੜੀ ਅਪਡੇਟਡ ਖਬਰ ਆ ਕੋਈ ਉਹ ਉੱਥੋਂ ਰਸ਼ੀਆ ਤੋਂ ਆ ਵੀ ਨਹੀਂ ਰਹੀ ਹੈਗੀ। ਸੋ ਇਹ ਜਿਹੜੀ ਖਬਰ ਆ ਯੂਕਰੇਨ ਦੇ ਮਾਮਲੇ ਦੇ ਵਿੱਚ ਉੱਥੋਂ ਆ ਰਹੀ ਆ ਵੀ ਕਿਸ ਤਰ੍ਹਾਂ ਰਸ਼ੀਆ ਵਾਲੇ ਅਟੈਕ ਕਰ ਰਹੇ ਆ ਯੂਕਰੇਨੀਅਨ ਲੋਕਾਂ ਦੇ ਉੱਤੇ। ਇਹ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ, ਜਿੱਥੇ ਕਿ ਫ੍ਰਿਜ਼ਨੋ ਦੇ ਲਾਗੇ ਸਿਲਮਾ ਟਾਊਨ ਦੇ ਵਿੱਚ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ ਆ। ਉਸ ਨੇ ਆਪਣੇ ਹੀ ਪਰਿਵਾਰ ਦੇ 3 ਮੈਂਬਰਾਂ ਨੂੰ ਅੱਜ ਗੋਲੀ ਮਾਰ ਕੇ ਮਾਰ ਦਿੱਤਾ ਹੈਗਾ। ਫ੍ਰਿਜ਼ਨੋ ਕਾਉਂਟੀ ਦੇ ਡਿਪਟੀਜ਼ ਨੇ ਇਸ ਬੰਦੇ ਨੂੰ ਅਰੈਸਟ ਵੀ ਕਰ ਲਿਆ ਜਿਸ ਨੇ ਆਪਣੇ ਹੀ ਫਾਦਰ ਤੇ ਨੂੰ ਮਾਰ ਦਿੱਤਾ ਤੇ ਹੋਰ ਆਪਣੀ ਮਦਰ ਤੇ ਸਿਸਟਰ ਨੂੰ ਫੱਟੜ ਵੀ ਕੀਤਾ ਹੈਗਾ ਆ। ਸੋ 3 ਜਾਣਿਆਂ ਦੇ ਉੱਤੇ ਇਸ ਨੇ ਗੋਲੀਆਂ ਚਲਾਈਆਂ। 55 ਸਾਲਾਂ ਦਾ ਮਾਰਕੋ ਐਮੀਆ ਡਿਆਜ਼, ਉਹਦੀ ਵਾਈਫ 48 ਸਾਲਾਂ ਦੀ ਤੇ 27 ਸਾਲਾਂ ਦੀ ਜਿਹੜੀ ਉਹਦੀ ਡਾਟਰ ਹੈਗੀ ਆ, ਉਹ ਗਨ ਸ਼ਾਟ ਵੂਨਡਸ ਤੋਂ ਹਜੇ ਵੀ ਪ੍ਰਭਾਵਿਤ ਹੈਗੇ ਆ। ਡਿਪਟੀਜ਼ ਜੋ ਆ ਉਹ ਕਹਿੰਦੇ ਵੀ ਥੋੜਾ ਲੇਟ ਪਹੁੰਚੇ ਆ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਪੁਲਿਸ ਬਹੁਤ ਘੱਟ ਹੈਗੀ ਆ, ਸੋ ਸਾਰੇ ਸ਼ਹਿਰਾਂ ਦਾ ਬਹੁਤ ਬੁਰਾ ਹਾਲ ਆ ਤੇ ਹਜੇ ਡਿਟੇਲ ਇਹਦੇ ਬਾਰੇ ਪੂਰੀ ਆ ਰਹੀ ਹੈਗੀ। ਜੇ ਯੂਬਾ ਸਿਟੀ ਦੱਸਦੇ ਜਾਈਏ, ਯੂਬਾ ਸਿਟੀ ਕੈਲੀਫੋਰਨੀਆ ਆਪਣਾ ਪੰਜਾਬੀਆਂ ਦਾ ਪਿੰਡ ਹੈਗਾ। ਯੂਬਾ ਸਿਟੀ ਦੀ ਕਦੇ ਕਦੇ ਖਬਰ ਆਉਂਦੀ ਹੁੰਦੀ ਆ ਤੇ ਅੱਜ ਗੈਸ ਦੇ ਨਾਲ ਸੰਬੰਧਿਤ ਖਬਰ ਆ ਵੀ ਯੂਬਾ ਸਿਟੀ ਦੇ ਵਿੱਚ ਵੀ ਗੈਸ ਦੀ ਐਵਰੇਜ ਪ੍ਰਾਈਸ $5.56 ਆ। ਕੈਲੀਫੋਰਨੀਆ ਦੀ $5.79 ਆ। ਕੈਲੀਫੋਰਨੀਆ ਦੇ ਵਿੱਚ ਗੈਸ ਟੈਕਸ 53 ਸੈਂਟ ਪਰ ਗੈਲਨ ਆ, ਜੋ ਕਿ
ਸੈਕੰਡ ਹਾਈਐਸਟ ਆ ਅਮੰਗ ਆਲ ਦਾ ਸਟੇਟਸ। ਅੱਜ ਸਾਡੇ ਇੱਕ ਬਹੁਤ ਹੀ ਸਤਿਕਾਰਤ ਸਰੋਤੇ ਪੰਜਾਬੀ ਰੇਡੀਓ ਯੂਐਸਏ ਦੇ, ਉਹਨਾਂ ਦੀ ਕਾਲ ਵਿਸਕੌਨਸਨ ਤੋਂ ਆਈ ਸੀ। ਕਹਿੰਦੇ ਵੀ ਮੈਂ ਜਿੱਥੇ ਰਹਿੰਦਾ ਆ ਉੱਥੇ $3.78 ਨੂੰ ਗੈਸ ਹੋ ਗਈ ਆ। ਸੋ ਲੋਕ ਬਹੁਤ ਖੁਸ਼ ਆ। ਹੁਣ ਤੁਸੀਂ ਦੇਖੋ ਵੀ ਇੱਕ ਜਗ੍ਹਾ $3.78 ਨੂੰ ਆ, ਇੱਥੇ ਜਿਹੜੀ ਆ $5.60 $70। ਸੋ ਇੰਨੀ ਮਹਿੰਗੀ ਜਿਹੜੀ ਗੈਸ ਹੋਈ ਆ, ਈਵਨ ਦੋ ਬੈਰਲ ਦੀ ਪ੍ਰਾਈਸ ਗੈਸ ਦੀ ਬਹੁਤ ਥੱਲੇ ਚਲ ਗਈ ਆ, ਪਰ ਗੈਸ ਸਟੇਸ਼ਨਾਂ ਵਾਲੇ ਜੋ ਪ੍ਰਾਈਸਿਸ ਆ ਉਹ ਘਟਾ ਨਹੀਂ ਰਹੇ। ਪ੍ਰੈਜ਼ੀਡੈਂਟ ਬਾਈਡਨ ਵੀ ਕਾਫੀ ਔਖੇ ਆ ਵੀ ਦੇਖੋ, ਜਦੋਂ ਵੱਧਦੀ ਆ ਫਿਰ ਤਾਂ ਇੱਕਦਮ ਵਧਾ ਦਿੰਦੇ ਆ, ਤੇ ਜਦੋਂ ਘਟਾਣੀ ਹੁੰਦੀ ਆ ਉਦੋਂ ਘਟਾਉਂਦੇ ਨਹੀਂ ਹੈਗੇ। ਸੋ ਬਹੁਤ ਜਗ੍ਹਾ ਤੇ ਇਹ ਪ੍ਰਾਈਸ ਗੋਜਿੰਗ ਹੋ ਰਹੀ ਆ। ਪ੍ਰਾਈਸ ਗੋਜਿੰਗ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿੱਥੇ ਜਾਣਬੁੱਝ ਕੇ ਕੀਮਤਾਂ ਬਹੁਤ ਹਾਈ ਕੀਤੀਆਂ ਜਾਂਦੀਆਂ ਆ। ਸੋ ਜੇ ਤੁਹਾਨੂੰ ਲੱਗਦਾ ਵੀ ਕਿਤੇ ਪ੍ਰਾਈਸ ਗੋਜਿੰਗ ਹੋ ਰਹੀ ਆ, ਤੇ ਤੁਸੀਂ ਅਥਾਰਟੀਜ਼ ਨੂੰ, ਕੈਲੀਫੋਰਨੀਆ ਦੀਆਂ ਜੋ ਹੈਗੀਆਂ ਆ, ਉਹਨਾਂ ਨੂੰ ਰਿਪੋਰਟ ਕਰ ਸਕਦੇ ਹੈਗੇ ਆ। ਅਦਰਵਾਈਜ਼ ਸੋ ਤੁਹਾਨੂੰ ਜੋ ਗੈਸ ਦੇ ਪ੍ਰਾਈਸ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਵੀ ਜੋ ਮਿਲ ਰਹੀ ਆ, ਜੇ ਤੁਸੀਂ ਕੰਪਲੇਨ ਨਹੀਂ ਕਰੋਗੇ ਅਥਾਰਟੀ ਕੋ, ਤਾਂ ਫਿਰ ਬਾਕੀ ਤਾਂ ਸਾਰਾ ਕੁਛ ਚੱਲ ਰਿਹਾ ਹੈਗਾ ਆ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਨੇ ਪਰਫਾਰਮੈਂਸ ਇਸ ਵੀਕ ਗੁੱਡ ਦਿੱਤੀ ਹੈਗੀ ਆ। ਵੀਕਲੀ ਪਰਫਾਰਮੈਂਸ ਜੇ ਦੇਖਿਆ ਜਾਵੇ, S&P 500 ਜੋ ਆ 6% ਅਪ ਗਿਆ ਹੈਗਾ ਪਿਛਲੇ ਹਫਤੇ ਦੇ ਨਾਲੋਂ। ਸੋ ਸਟਾਕ ਮਾਰਕੀਟ ਅੱਜ ਕਾਫੀ ਗੁੱਡ ਰਹੀ ਹੈਗੀ ਆ। ਸੋ ਪਿਛਲੇ ਕੁਝ ਦਿਨ ਸਟਾਕ ਮਾਰਕੀਟ ਡਾਊਨ ਸੀ, ਸੋ ਲੋਕਾਂ ਦੇ ਵਿੱਚ ਪੈਨਿਕ ਵੀ ਬਹੁਤ ਜ਼ਿਆਦਾ ਹੋ ਗਿਆ ਸੀ, ਕਿਉਂਕਿ ਆਪਾਂ ਇੱਕਦਮ ਪੈਨਿਕ ਵੀ ਹੋ ਜਾਂਦੇ ਆ। ਪਰ ਹੁਣ ਕੱਲ੍ਹ ਵੀ ਤੇ ਅੱਜ ਵੀ ਮਾਰਕੀਟ ਕਾਫੀ ਉੱਪਰ ਗਈ ਹੈਗੀ ਆ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਇੰਡੀਆ ਦੇ $75.95 ਦੇ ਬਰਾਬਰ ਆ, ਤੇ $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਆ। ਸਰੋਤਿਆਂ ਨੂੰ ਫੇਰ ਇੱਕ ਵਾਰੀ ਬੇਨਤੀ ਕਰਦੇ ਜਾਂਦੇ ਆ ਵੀ ਪਿਛਲੇ 2 ਦਿਨਾਂ ਤੋਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਤੋਂ ਲਾਈਵ ਪ੍ਰੋਗਰਾਮ ਹਰ ਰੋਜ਼ 14 ਘੰਟੇ ਰਾਤ ਨੂੰ 9 ਵਜੇ ਸ਼ੁਰੂ ਹੋ ਜਾਂਦੇ ਆ, ਤੇ ਸਵੇਰ ਦੇ ਉਹ 11-12 ਵਜੇ ਦੇ ਚੱਲਦੇ ਇੱਥੇ, ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਦਿਨ ਹੁੰਦਾ ਹੈ ਤੇ ਆਪਣੇ ਉਸ ਟਾਈਮ ਤੇ ਰਾਤ ਹੁੰਦੀ ਆ। ਅੱਜ ਵਾਲੇ ਜਿਹੜੇ ਪ੍ਰੋਗਰਾਮ ਆ ਉਹ ਬਹੁਤ ਹੀ ਵਧੀਆ ਆ। ਉੱਥੇ ਨਿਹੰਗ ਸਿੰਘਾਂ ਵੱਲੋਂ ਘੋੜ ਸਵਾਰੀ, ਹੋਰ ਜਿਹੜੀਆਂ ਸਪੋਰਟਸ ਹੁੰਦੀਆਂ ਆ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਆ। ਡਰੋਨ ਦੇ ਨਾਲ ਬਹੁਤ ਵਧੀਆ ਕਵਰੇਜ ਕੀਤੀ ਗਈ ਆ। ਆਪਣੇ ਜਿੰਨੇ ਵੀ ਸਿੱਖ ਕੌਮ ਦੇ ਵਿਦਵਾਨ ਆ, ਕਵੀ ਆ, ਢਾਡੀ ਆ, ਕੀਰਤਨੀਏ ਆ, ਕਥਾਵਾਚਕ ਆ, ਉਹ ਸਾਰੇ ਉੱਥੇ ਪਹੁੰਚੇ ਹੋਏ ਆ। ਸਵੇਰੇ ਤੁਸੀਂ ਸੁਣਿਆ ਹੋਊਗਾ ਭਾਈ ਪਿੰਦਰਪਾਲ ਸਿੰਘ ਹੁਣੀ ਵੀ ਕਥਾ ਕਰ ਰਹੇ ਸੀ। ਸੋ ਜਿਹੜੇ ਮਿਸ ਕਰ ਗਏ ਆ ਉਹ ਆਪਾਂ ਦੁਬਾਰਾ ਕੀ ਫੇਰ ਲਾ ਦਿੰਦੇ ਹੁੰਦੇ ਆ, ਤੁਸੀਂ ਚੈੱਕ ਕਰ ਸਕਦੇ ਹੈਗੇ ਆ। ਜੇ ਤੁਸੀਂ ਲਾਈਵ ਦੇਖਣਾ, ਅੱਜ ਫੇਰ 9 ਵਜੇ ਦੇ ਕਰੀਬ ਸ਼ੁਰੂ ਹੋ ਜਾਣਾ ਆ, ਤੇ ਪ੍ਰੋਗਰਾਮ ਮਿਸ ਨਾ ਕਰਿਓ। ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਪੂਰੀ ਦੁਨੀਆ 'ਚ ਕਿਤੇ ਵੀ ਰਹਿੰਦੇ ਆ, ਉਹਨਾਂ ਨੂੰ ਕਹੋ ਵੀ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਤੇ ਪੰਜਾਬੀ ਰੇਡੀਓ ਯੂਐਸਏ ਦਾ YouTube ਚੈਨਲ ਉਹਨੂੰ ਸਬਸਕ੍ਰਾਈਬ ਕਰ ਲਓ। ਸੋ 3 ਦਿਨ ਪਹਿਲੀ ਵਾਰੀ ਆਪਾਂ ਅਨੰਦਪੁਰ ਸਾਹਿਬ ਤੋਂ, ਕੇਸਗੜ੍ਹ ਸਾਹਿਬ ਤੋਂ ਤੁਹਾਨੂੰ ਸਿੱਧਾ ਪ੍ਰਸਾਰਣ ਦਿਖਾਇਆ ਹੈਗਾ। ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ ਸਾਰੇ ਆਪਾਂ ਦਿਖਾਵਾਂਗੇ। ਸਾਡੀ ਟੀਮ ਉੱਥੇ ਕਾਫੀ ਵੱਡੀ ਇਕੱਠੀ ਹੋਈ ਹੈਗੀ ਆ। ਸੋ ਸਾਰੇ ਜਾਣੇ ਇੰਨੇ ਘੰਟੇ ਤੇ ਬਹੁਤ ਹੀ ਵਧੀਆ ਕਵਰੇਜ, ਕਿਤੇ ਵੀ ਬਫਰਿੰਗ ਨਹੀਂ ਆਈ, ਕਿਤੇ ਵੀ ਇੰਟਰਨੈਟ ਨਹੀਂ ਟੁੱਟਿਆ। ਹਾਲਾਂਕਿ ਤੁਹਾਨੂੰ ਪਤਾ ਆ ਵੀ ਤੁਸੀਂ ਜਿਨ੍ਹਾਂ ਨੇ ਦੇਖਿਆ ਹੋਊਗਾ ਡਰੋਨ ਦੇ ਰਾਹੀਂ ਲੱਖਾਂ ਦੇ ਹਿਸਾਬ ਨਾਲ ਸੰਗਤ ਗਈ ਹੋ ਆ, ਤੇ ਉੱਥੇ ਮੱਥਾ ਟੇਕਣ ਨੂੰ ਵੀ ਬਹੁਤ ਜ਼ਿਆਦਾ ਜਿਹੜੀ ਆ ਟਾਈਮ ਲੱਗਦਾ ਹੈਗਾ ਆ। ਤੇ ਇੱਕ ਵਾਰੀ ਫੇਰ ਪੰਜਾਬੀ ਰੇਡੀਓ ਯੂਐਸਏ ਵੱਲੋਂ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਸੋ ਜਿਹੜੇ ਇੱਦਾਂ ਦੇ ਪ੍ਰੋਗਰਾਮ ਹੁੰਦੇ ਨਾ ਸਾਥ ਦਿਆ ਕਰੋ। ਜਿਹੜੇ ਆਪਾਂ ਕੋਈ ਉੱਦਾਂ ਦਾ ਕੋਈ ਪ੍ਰੋਗਰਾਮ ਹੁੰਦੇ ਆ ਆਪਾਂ ਦੇਖਦੇ ਆ, ਉੱਥੇ ਫਿਰ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਜੁੜੇ ਹੁੰਦੇ ਆ। ਤੇ ਜਿੱਥੇ ਆਪਾਂ ਧਾਰਮਿਕ ਪ੍ਰੋਗਰਾਮ ਤੇ ਸਾਡੇ ਵਿਰਸੇ ਦੇ ਪ੍ਰੋਗਰਾਮ, ਸਾਡੇ ਕਲਚਰਲ ਪ੍ਰੋਗਰਾਮ ਹੁੰਦੇ ਹੈਗੇ ਆ, ਵੀ ਕੀ ਕੁਝ ਨਿਹੰਗ ਸਿੰਘ ਕਰਦੇ ਆ, ਕੀ ਕੁਝ ਉੱਥੇ ਕਿੱਦਾਂ ਦੀਆਂ ਗੇਮਸ ਹੁੰਦੀਆਂ, ਕਿੱਦਾਂ ਦੀਆਂ ਘੋੜ ਸਵਾਰੀਆਂ, ਘੋੜਿਆਂ ਦੀਆਂ ਦੌੜਾਂ ਹੁੰਦੀਆਂ। ਸੋ ਉਹ ਆਪ ਵੀ ਦੇਖੋ ਤੇ ਬੱਚਿਆਂ ਨੂੰ ਵੀ ਦਿਖਾਓ। ਸੋ ਵੱਧ ਤੋਂ ਵੱਧ ਜਿਹੜਾ ਆ ਉਹ ਸਬਸਕ੍ਰਾਈਬ ਕਰੋ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਚੈਨਲ ਨੂੰ ਤੇ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਨੂੰ। ਸੋ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।